ਨੋਵਲ ਕੀਦਾ ਕੀਦਾ ਇਤਬਾਰ। ਉਸੇ ਦਿਨ ਕੋਮਲ ਨਰਾਇਣਪੁਰ ਲਈ ਵਾਪਸ ਚੱਲ ਪਈ। ਰਾਤ ਵਿੱਚ ਘਰ ਪਹੁੰਚ ਕੇ ਉਸਨੇ ਆਪਣੀ ਦੀਦੀ ਨਾਲ ਕੀਤੇ ਵਿਸ਼ਵਾਸਘਾਤ ਦਾ ਪਛਤਾਵਾ ਕਰਨ ਦੀ ਗੱਲ ਤੇ ਬੜੀ ਗੰਭੀਰਤਾ ਨਾਲ ਸੋਚਿਆ। ਆਖਿਰ ਉਸਨੂੰ ਇੱਕ ਜੁਗਤ ਸੁੱਝੀ। ਉਸਨੇ ਫੌਰਨ ਹੀ ਬਿਸ਼ੰਬਰ ਨਾਥ ਦਾ ਫੋਨ ਮਿਲਾਇਆ। ਕਾਫੀ ਦੇਰ ਘੰਟੀ ਵੱਜਦੀ ਰਹਿਣ ਬਾਅਦ ਜਿਸ ਅੰਦਾਜ਼ ਨਾਲ ਬਿਸ਼ੰਬਰ ਨਾਥ ਨੇ ਹੈਲੋ ਬੋਲਿਆ, ਉਸ ਨਾਲ ਲੱਗਿਆ ਕਿ ਉਹ ਹੁਣ ਤੱਕ ਡੂੰਘੀ ਨੀਂਦ ਸੌਂ ਰਹੇ ਸਨ। ਹੁਣ ਨੀਂਦ ਤੋਂ ਉੱਠਦਿਆਂ ਹੀ ਉਹਨਾਂ ਨੇ ਕਾਲ ਰਿਸੀਵ ਕੀਤੀ ਸੀ। ਹਾਂ ਨੇਤਾ ਜੀ, ਸੌਂ ਰਹੇ ਸੀ ਕਿ? ਕੋਮਲ ਨੇ ਮਜ਼ਾਕ ਭਰੇ ਲਹਿਜੇ 'ਚ ਆਖਿਆ। ਇਸ ਤੇ ਬਿਸ਼ੰਬਰ ਨਾਥ ਨੇ ਕੋਮਲ ਦੀ ਆਵਾਜ਼ ਪਛਾਣਦਿਆਂ ਮੰਜੇ ਤੇ ਹੀ ਉਛਲਦੇ ਆਖਿਆ, ਓ ਮੈਡਮ ਤੁਸੀਂ ਇਸ ਵੇਲੇ? ਹਾਂ ਨੇਤਾ ਜੀ, ਮੈਂ ਹੀ ਹਾਂ। ਕੰਮ ਹੀ ਐਸਾ ਨਿਕਲ ਆਇਆ ਸੀ ਕਿ ਤੁਹਾਡਾ ਹੀ ਚੇਤਾ ਆਇਆ ਜ਼ਿਹਨ ਵਿੱਚ। ਇਸ ਕਰਕੇ ਮੈਂ ਤੁਰੰਤ ਤੁਹਾਡਾ ਨੰਬਰ ਮਿਲਾਇਆ। ਉਂਝ ਇੱਕ ਗੱਲ ਦੱਸਣਾ ਜ਼ਰੂਰ ਕਿ ਜੇਕਰ ਨੇਤਾ ਲੋਕ ਹੀ ਸੌਣ ਲੱਗਣ ਤਾਂ ਸਾਡੇ ਵਰਗੀ ਜਨਤਾ ਦਾ ਕੀ ਹੋਵੇਗਾ? ਓਹੋ ਮੈਡਮ, ਇਹ ਤੁਸੀਂ ਕੀ ਆਖ ਰਹੇ ਹੋ? ਤੁਸੀਂ ਅਤੇ ਜਨਤਾ? ਜਨਾਬ, ਤੁਸੀਂ ਤਾਂ ਖੁਦ ਇੱਕ ਅਜਿਹੀ ਤਾਕਤ ਹੋ ਜਿਸ ਦੇ ਇਸ਼ਾਰਿਆਂ ਤੇ ਸਰਕਾਰਾਂ ਪਲਟ ਜਾਣ। ਬਿਸ਼ੰਬਰ ਨਾਥ ਦਾ ਇਤਿਹਾਸ ਕੁਝ ਅਜਿਹਾ ਸੀ ਕਿ ਥੋੜੇ ਵਕਫੇ ਪਹਿਲਾਂ ਤੱਕ ਉਹ ਇੱਕ ਸਰਕਾਰੀ ਅਧਿਕਾਰੀ ਸੀ। ਇੱਕ ਵਾਰੀ ਸੇਠ ਰਾਮ ਦਿਆਲ ਦਾ ਕੰਮ ਕਢਾਉਣ ਲਈ ਕੋਮਲ ਨੇ ਉਸਦੀ ਰਾਤ ਰੰਗੀਨ ਕੀਤੀ ਸੀ। ਸੇਠ ਬਿਸ਼ੰਬਰ ਨਾਥ ਨੇ ਇਸ ਏਵਜ ਵਿੱਚ ਸੇਠ ਰਾਮ ਦਿਆਲ ਦਾ ਕੰਮ ਤਾਂ ਕਰ ਦਿੱਤਾ ਸੀ, ਪਰ ਉਸਦੀ ਭੇਜੀ ਮਿੱਠੀ ਉਸਨੂੰ ਬਹੁਤ ਦਿਲ ਖਿੱਚਵੀਂ ਲੱਗੀ ਸੀ। ਉਹ ਹੱਥ ਧੋ ਕੇ ਉਸ ਮਗਰ ਪੈ ਗਿਆ ਸੀ। ਕੋਮਲ ਨੇ ਵੀ ਇਸੇ ਗੱਲ ਦਾ ਫਾਇਦਾ ਚੁੱਕ ਕੇ ਉਸਨੂੰ ਆਪਣੀਆਂ ਉਂਗਲਾਂ ਤੇ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਦੀਆਂ ਕਈ ਕਮਜ਼ੋਰੀਆਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਸਨ। ਫਿਰ ਐਸੇ ਕਈ ਸਬੂਤ ਵੀ ਕੋਮਲ ਨੇ ਆਪਣੇ ਹੱਥ ਲੱਗਦੇ ਹੀ ਸੰਭਾਲ ਲਏ ਸਨ, ਜਿਨ੍ਹਾਂ ਦੇ ਆਧਾਰ ਤੇ ਉਹ ਬਿਸ਼ੰਬਰ ਨਾਥ ਨੂੰ ਧੋਖਾਧੜੀ ਦੇ ਇਲਜ਼ਾਮ ਵਿੱਚ ਕਦੇ ਵੀ ਫਸਾ ਸਕਦੀ ਸੀ। ਹੁਣ ਬਿਸ਼ੰਬਰ ਨਾਥ ਸੇਵਾ ਮੁਕਤ ਹੋ ਕੇ ਨੇਤਾਗਿਰੀ ਕਰਨ ਲੱਗਾ ਸੀ। ਇਸੇ ਦਰਮਿਆਨ ਕੋਮਲ ਵੀ ਕੁਮਾਰ ਗੀਤਾ ਭਾਰਤੀ ਦੇ ਰੂਪ ਵਜੋਂ ਇੱਕ ਤਾਕਤਵਰ ਮਹਿਲਾ ਬਣ ਚੁੱਕੀ ਸੀ। ਸ਼ਹਿਰ ਦੇ ਸਾਰੇ ਵੱਡੇ ਲੋਕ ਅਤੇ ਅਧਿਕਾਰੀ ਉਸਦੇ ਸੰਪਰਕ ਵਿੱਚ ਸਨ। ਹੁਣ ਤਾਂ ਹਰ ਕੋਈ ਉਸਦੀ ਇੱਜ਼ਤ ਕਰਿਆ ਕਰਦਾ ਸੀ। ਕਈ ਰਾਜਨੀਤਿਕ ਪਾਰਟੀਆਂ ਉਸਨੂੰ ਆਪਣੀ ਪਾਰਟੀ ਦਾ ਟਿਕਟ ਨਰਾਇਣਪੁਰ ਸੀਟ ਤੋਂ ਦੇਣਾ ਲੋਚਦੀਆਂ ਸਨ। ਜੋ ਵੀ ਸੀ, ਕੁਮਾਰੀ ਗੀਤਾ ਭਾਰਤੀ ਦੇ ਰੂਪ ਵਿੱਚ ਕੋਮਲ ਦਾ ਹੁਣ ਇੰਨਾ ਅਸਰ ਰਸੂਖ ਸੀ ਕਿ ਕੋਈ ਉਸਦੇ ਖਿਲਾਫ ਬੋਲਣ ਦੀ ਹਿਮਾਕਤ ਨਹੀਂ ਕਰ ਸਕਦਾ ਸੀ। ਮਿੱਠੀ ਦੇ ਦੌਰ ਵਾਲੇ ਲੋਕਾਂ ਨੇ ਵੀ ਹੁਣ ਆਪਣੇ ਮੂੰਹ ਤੇ ਤਾਲੇ ਲਗਾ ਲਏ ਸਨ। ਇਹਨਾਂ ਚੋਂ ਹੀ ਇੱਕ ਸੇਠ ਬਿਸ਼ੰਬਰ ਨਾਥ ਸੀ, ਜੋ ਹੁਣ ਸ਼ਹਿਰ ਦਾ ਵੱਡਾ ਨੇਤਾ ਬਣਨ ਦੇ ਸੁਪਨੇ ਦੇਖ ਰਿਹਾ ਸੀ। ਉਸਨੂੰ ਇਸ ਗੱਲ ਦੀ ਵੀ ਜਾਣਕਾਰੀ ਸੀ ਕਿ ਕੋਮਲ ਦੇ ਕੋਲ ਉਸਦੇ ਖਿਲਾਫ ਕਈ ਐਸੇ ਸਬੂਤ ਹਨ ਕਿ ਉਹ ਚਾਹੁੰਦੀ ਤਾਂ ਉਹਨੂੰ ਜੇਲ੍ਹ ਦੀ ਹਵਾ ਵੀ ਆਰਾਮ ਨਾਲ ਹੀ ਖੁਆ ਸਕਦੀ ਸੀ। ਇਸੇ ਵਜ੍ਹਾ ਨਾਲ ਉਹ ਕੋਮਲ ਨੂੰ ਪਿਆਰ ਕਰਨ ਦੇ ਨਾਲੋਂ ਨਾਲ ਉਸ ਤੋਂ ਖੌਫ ਵੀ ਬਹੁਤ ਖਾਂਦਾ ਸੀ। ਡਰ ਦੇ ਮਾਰੇ ਉਹ ਉਸਦਾ ਆਖਿਆ ਕੋਈ ਵੀ ਕੰਮ ਕਰਨ ਲਈ ਇਨਕਾਰ ਨਹੀਂ ਕਰਦਾ ਸੀ। ਸ਼ਾਇਦ ਇਸੇ ਹੱਕ ਨਾਲ ਕੋਮਲ ਨੇ ਅੱਧੀ ਰਾਤ ਵਿੱਚ ਉਸਦੇ ਫੋਨ ਦੀ ਘੰਟੀ ਖੜਕਾ ਦਿੱਤੀ ਸੀ। ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕੋਮਲ ਨੇ ਉਸਨੂੰ ਕਿਹਾ, ਸਮਾਜ ਸੁਧਾਰ ਤੇ ਤੁਹਾਡੇ ਭਾਸ਼ਣ ਬਹੁਤ ਜ਼ੋਰਦਾਰ ਹੋਇਆ ਕਰਦੇ ਹਨ। ਸ਼ੁਕਰੀਆ ਮੈਡਮ। ਉਂਝ ਮੇਰੇ ਭਾਸ਼ਣਾਂ ਦੀ ਤਾਰੀਫ ਕਰਨਾ ਤੁਹਾਡੀ ਮਹਾਨਤਾ ਨੂੰ ਦਰਸਾਉਂਦਾ ਹੈ, ਵਰਨਾ ਮੈਂ ਨਾਚੀਜ਼ ਤੁਹਾਡੇ ਅੱਗੇ ਭਲਾ ਕਿਸ ਗਿਣਤੀ ਚਾਹੁੰਦਾ ਹਾਂ। ਉਹ ਹਾਂ, ਇਸ ਵਿਸ਼ੇ ਤੇ ਗੱਲ ਕਰਨੀ ਸੀ। ਜਰਾ ਇੱਕ ਗੱਲ ਦੱਸੋ ਭਲਾ। ਜੀ ਪੁੱਛੋ। ਇਹ ਜੋ ਸਮਾਜ ਸੁਧਾਰ ਦੀਆਂ ਗੱਲਾਂ ਤੁਸੀਂ ਕਰਦੇ ਹੋ, ਇਹਨਾਂ ਦਾ ਸ਼ੁਮਾਰ ਸਿਰਫ ਭਾਸ਼ਣਾਂ 'ਚ ਹੀ ਹੁੰਦਾ ਹੈ ਜਾਂ ਸੱਚੀ ਐਸਾ ਕੁਝ ਤੁਸੀਂ ਆਪਣੇ ਅਸਲ ਜੀਵਨ ਵਿੱਚ ਵੀ ਕਰਦੇ ਹੋ? ਜੀ ਬਿਲਕੁਲ ਕਰਦਾ ਹਾਂ, ਅਸਲ ਜ਼ਿੰਦਗੀ 'ਚ ਵੀ ਕਰਦਾ ਹਾਂ ਜੀ। ਚੰਗਾ, ਕੋਈ ਐਸਾ ਕੰਮ ਦੱਸੋ ਕਿ ਜੋ ਤੁਸੀਂ ਲੀਡਰ ਬਣਨ ਤੋਂ ਬਾਅਦ ਸਮਾਜ ਸੁਧਾਰ ਨੂੰ ਲੈ ਕੇ ਕੀਤਾ ਹੋਵੇ। ਤੁਸੀਂ ਤਾਂ ਮਜ਼ਾਕ ਤੇ ਉਤਰ ਆਏ ਮੈਡਮ। ਚਲੋ ਠੀਕ ਹੈ, ਮਜ਼ਾਕ ਨਹੀਂ ਕਰਦੀ। ਦਰਅਸਲ ਮੈਂ ਤੁਹਾਡਾ ਪੋਲੀਟੀਕਲ ਕਰੀਅਰ ਬਣਾਉਣ ਦੀ ਸੋਚ ਰਹੀ ਸਾਂ ਅਤੇ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਦਾਰੀ ਨਾਲ ਕੰਮ ਕਰਨ ਲਈ ਵੀ ਗੰਭੀਰ ਹਾਂ। ਤਾਂ ਫਿਰ ਸ਼ੁਰੂ ਹੋ ਜਾਓ। ਇਹ ਤਾਂ ਤੁਸਾਂ ਬਹੁਤ ਚੰਗੀ ਗੱਲ ਆਖੀ ਹੈ ਮੈਡਮ।
ਜੀ ਬਿਲਕੁਲ। ਸਮਾਜ ਸੁਧਾਰ ਨੂੰ ਲੈ ਕੇ ਤੁਸੀਂ ਬਹੁਤ ਜ਼ੋਰਦਾਰ ਭਾਸ਼ਣ ਦਿੱਤੇ ਹੋਏ ਹਨ, ਖੂਬ ਤਾਲੀਆਂ ਵੀ ਬਟੋਰਦੇ ਹੋ ਜਨਤਾ ਦੀਆਂ। ਜੀ ਮੈਡਮ, ਥੈਂਕ ਯੂ। ਮਗਰ ਪ੍ਰੈਕਟੀਕਲੀ ਤੁਸੀਂ ਕਰਦੇ ਕੁਝ ਵੀ ਨਹੀਂ। ਕਿਸੇ ਵੀ ਤਰ੍ਹਾਂ ਦੀ ਕੋਈ ਸਮਾਜ ਸੇਵਾ ਤੁਸੀਂ ਅੱਜ ਤੱਕ ਕੀਤੀ ਨਹੀਂ। ਤੁਸੀਂ ਕੇਵਲ ਪਬਲਿਸਿਟੀ ਪਾਉਣ ਲਈ ਅਤੇ ਲੋਕਾਂ ਦੇ ਕੰਮ ਕਰਵਾ ਕੇ ਉਹਨਾਂ ਤੋਂ ਪੈਸਾ ਹੜੱਪਣ ਦੇ ਚੱਕਰ ਵਿੱਚ ਰਾਜਨੀਤੀ 'ਚ ਆਏ ਹੋ। ਜੇਕਰ ਕਿਸੇ ਪਾਰਟੀ ਦਾ ਟਿਕਟ ਦਵਾ ਕੇ ਤੁਹਾਡੇ ਕੋਲੋਂ ਇਲੈਕਸ਼ਨ ਲੜਵਾਇਆ ਜਾਵੇ ਤਾਂ ਤੁਸੀਂ ਤਾਂ ਜਨਤਾ ਨੂੰ ਲੁੱਟ ਕੇ ਖਾ ਜਾਓ। ਨਹੀਂ ਮੈਡਮ, ਮੈਂ ਇੱਕ ਇਮਾਨਦਾਰ ਅਤੇ ਸੱਚਾ ਸਮਾਜ ਸੇਵਕ ਹਾਂ। ਤਾਂ ਫਿਰ ਤੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਹੋ? ਕਿਹੜੀ ਗੱਲ ਦਾ ਮੈਡਮ? ਮੈਂ ਤੁਹਾਡੇ ਤੋਂ ਪੁੱਛਿਆ ਸੀ ਨਾ ਕਿ ਕੋਈ ਅਜਿਹਾ ਕੰਮ ਦੱਸੋ ਜੋ ਲੀਡਰ ਬਣਨ ਲਈ ਤੁਸੀਂ ਸਮਾਜ ਸੁਧਾਰ ਦਾ ਕੀਤਾ ਹੋਵੇ। ਕੋਮਲ ਨੇ ਹਜੇ ਕੁਝ ਦੇਰ ਪਹਿਲਾਂ ਹੀ ਇਹ ਗੱਲ ਆਖੀ ਸੀ। ਬਿਸ਼ੰਬਰ ਨਾਥ ਨੂੰ ਜਾਪਿਆ ਕਿ ਹੁਣ ਆਪਣੀ ਗੱਲ ਦਾ ਜਵਾਬ ਲੈ ਕੇ ਹੀ ਦਮ ਲਵੇਗੀ। ਲਿਹਾਜ਼ਾ ਉਹ ਸੋਚਣ ਦੀ ਮੁੰਦਰਾ ਤੇ ਆ ਗਿਆ। ਕੁਝ ਦੇਰ ਸੋਚਣ ਮਗਰੋਂ ਉਸਨੇ ਜਿਵੇਂ ਯਾਦ ਕਰਦੇ ਹੋਏ ਕਿਹਾ, ਤੁਹਾਡੀ ਚੈਰੀਟੇਬਲ ਸੁਸਾਇਟੀ ਨੂੰ ਮੈਂ ਹਰ ਮਹੀਨੇ ਚੰਦਾ ਦਿੰਦਾ ਹਾਂ। ਹੋਰ ਕੁਝ? ਅਤੇ ਇਹ ਕਿ ਮੈਨੂੰ ਇੱਕ ਸਕੂਲ ਸਮਾਰੋਹ ਦੌਰਾਨ ਚੀਫ ਗੈਸਟ ਬਣਾਇਆ ਗਿਆ ਸੀ ਅਤੇ ਉੱਥੇ ਮੈਂ ਇਹ ਕੰਮ ਮੇਰੇ ਹੀ ਕਹਿਣ ਤੇ ਹੋਇਆ ਸੀ। ਅੱਧਾ ਘੰਟਾ ਭਾਸ਼ਣ ਦੇਣ ਦੇ ਬਾਅਦ ਤੁਸੀਂ ਸਕੂਲ ਵੈਲਫੇਅਰ ਫੰਡ ਲਈ ਇੱਕ ਰਕਮ ਦਾਨ ਵਿੱਚ ਦੇਣ ਦਾ ਵਾਅਦਾ ਕੀਤਾ ਸੀ। ਇਹੋ ਦੱਸਣਾ ਚਾਹੁੰਦੇ ਹੋ ਨਾ ਤੁਸੀਂ? ਜੀ ਹਾਂ ਮੈਡਮ, ਤੁਹਾਨੂੰ ਤਾਂ ਸਾਰਾ ਕੁਝ ਯਾਦ ਰਹਿੰਦਾ ਹੈ। ਹਾਂ, ਚੰਗੀ ਤਰ੍ਹਾਂ ਯਾਦ ਹੈ। ਸਗੋਂ ਇਹ ਵੀ ਦੱਸ ਦੇਵਾਂ ਕਿ ਮੈਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਤੁਸੀਂ ਆਪਣੇ ਕੀਤੇ ਉਸ ਵਾਅਦੇ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਤੁਹਾਡੀ ਗੱਲ ਇੱਕਦਮ ਦਰੁਸਤ ਹੈ ਮੈਡਮ, ਪਰ ਕੀ ਹੈ ਨਾ ਕਿ ਅੱਜ ਕੱਲ ਉਹ ਮੇਰਾ ਹੱਥ ਥੋੜਾ। ਚਲੋ ਛੱਡੋ ਇਹ ਸਭ। ਨੇਤਾ ਬਿਸ਼ੰਬਰ ਨਾਥ, ਮੈਂ ਤੁਹਾਡੀ ਰਗ ਰਗ ਤੋਂ ਵਾਕਿਫ ਹਾਂ। ਤੁਸੀਂ ਆਪਣੀ ਚਮੜੀ ਤਾਂ ਦੇ ਸਕਦੇ ਹੋ ਪਰ ਦਮੜੀ ਨਹੀਂ। ਹਾਲਾਂਕਿ ਤੁਹਾਡੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ। ਜਿਸ ਦਿਨ ਇਨਕਮ ਟੈਕਸ ਦੀ ਰੇਡ ਪੈ ਗਈ ਨਾ, ਉਹ ਤੁਹਾਡੀ ਇੱਜ਼ਤ ਲਿਜਾਉਣ ਦੇ ਨਾਲ ਨਾਲ ਇਹ ਦੌਲਤ ਵੀ ਲੈ ਜਾਣਗੇ। ਕੋਮਲ ਦੀ ਇਸ ਗੱਲ ਤੇ ਬਿਸ਼ੰਬਰ ਨਾਥ ਨੂੰ ਜਿਵੇਂ ਸੱਪ ਸੂੰਘ ਗਿਆ ਹੋਵੇ। ਲੱਗਿਆ ਜਿਵੇਂ ਉਸਦੀ ਬੋਲਤੀ ਬੰਦ ਹੋ ਗਈ ਸੀ। ਹਾਂ ਨੇਤਾ ਜੀ, ਫਿਰ ਤੋਂ ਸੌਂ ਗਏ ਕਿ? ਕੋਮਲ ਨੇ ਬਿਸ਼ੰਬਰ ਨਾਥ ਨੂੰ ਛੇੜਦਿਆਂ ਕਿਹਾ। ਨਹੀਂ ਤਾਂ ਹਾਂ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ ਕਿ ਕੋਈ ਕੰਮ ਸੀ ਮੇਰੇ ਨਾਲ ਜੋ ਮੈਨੂੰ ਇੰਨੀ ਰਾਤ ਹੋਇਆ ਫੋਨ ਕੀਤਾ? ਨਹੀਂ ਬਿਸ਼ੰਬਰ ਨਾਥ ਜੀ, ਮੈਨੂੰ ਕੀ ਕੰਮ ਹੋ ਸਕਦਾ ਹੈ ਤੁਹਾਡੇ ਨਾਲ? ਮੈਂ ਤਾਂ ਤੁਹਾਡਾ ਰਾਜਨੀਤਿਕ ਕੱਦ ਉੱਚਾ ਕਰਨ ਦੀ ਫਿਰਾਕ ਵਿੱਚ ਹਾਂ। ਇੱਕ ਵੱਡੀ ਰਾਜਨੀਤਿਕ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਤੁਸੀਂ ਵੱਡੇ ਨੇਤਾ ਬਣੋ, ਵਿਧਾਇਕ ਬਣੋ ਅਤੇ ਫਿਰ ਰਾਜ ਸਰਕਾਰ ਵਿੱਚ ਮੰਤਰੀ। ਐਸਾ ਹੋ ਸਕਦਾ ਹੈ ਕਿ ਮੈਡਮ? ਕਿਉਂ ਨਹੀਂ ਹੋ ਸਕਦਾ, ਪਰ ਅਜਿਹਾ ਹੋਣਾ ਜਾਂ ਨਾ ਹੋਣਾ ਇਹ ਤੁਹਾਡੇ ਖੁਦ ਤੇ ਨਿਰਭਰ ਕਰਦਾ ਹੈ। ਉਹ ਕਿਸ ਤਰ੍ਹਾਂ ਮੈਡਮ? ਸਮਾਜਿਕ ਸੇਵਾ ਦੀਆਂ ਜਿਹੜੀਆਂ ਗੱਲਾਂ ਤੁਸੀਂ ਭਾਸ਼ਣਾਂ ਵਿੱਚ ਕਰਿਆ ਕਰਦੇ ਹੋ, ਉਸ ਤੋਂ ਵੀ 4 ਕਦਮ ਅੱਗੇ ਜਾ ਕੇ ਅਸਲੀਅਤ ਵਿੱਚ ਕੁਝ ਐਸਾ ਕਾਰਨਾਮਾ ਕਰਕੇ ਦਿਖਾਓ ਕਿ ਆਪਣੇ ਕੱਦ ਦੇ ਸਾਰੇ ਲੀਡਰਾਂ ਨੂੰ ਪਿੱਛੇ ਛੱਡਦੇ ਹੋਏ ਇੱਕੋ ਝਟਕੇ ਵਿੱਚ ਵਿਸ਼ਵਾਸ ਨਾ ਕੀਤੇ ਜਾ ਸਕਣ ਵਾਲੀ ਉਚਾਈ ਤੇ ਪਹੁੰਚ ਜਾਓ। ਤੁਹਾਡੀਆਂ ਗੱਲਾਂ ਫਿਲਹਾਲ ਮੇਰੀ ਸਮਝ ਵਿੱਚ ਨਹੀਂ ਆ ਰਹੀਆਂ। ਨਹੀਂ ਸਮਝ ਆ ਰਹੀਆਂ ਤਾਂ ਹੁਣੇ ਦੇ ਹੁਣੇ ਤੁਰੰਤ ਮੇਰੇ ਘਰ ਪਹੁੰਚ ਜਾਓ। ਹੁਣ ਤਾਂ ਕਾਫੀ ਰਾਤ ਗੁਜ਼ਰ ਗਈ ਹੈ ਮੈਡਮ। ਜੇਕਰ ਤੁਹਾਡਾ ਹੁਕਮ ਹੋਵੇ ਤਾਂ ਸਵੇਰੇ ਆ ਜਾਂਦਾ ਹਾਂ। ਸਵੇਰ ਤੱਕ ਜੇਕਰ ਕੋਈ ਹੋਰ ਇਹੋ ਬਾਜੀ ਮਾਰ ਗਿਆ ਤਾਂ? ਮੈਂ ਸਮਝ ਗਿਆ ਮੈਡਮ, ਬਸ ਅੱਧੇ ਪੌਣ ਘੰਟੇ ਵਿੱਚ ਮੈਂ ਤੁਹਾਡੇ ਇੱਥੇ ਪਹੁੰਚ ਰਿਹਾ ਹਾਂ। ਅਗਲਾ ਅੰਕ। ਬਿਸ਼ੰਬਰ ਨਾਥ ਜਿਸ ਵੇਲੇ ਕੋਮਲ ਦੇ ਨਿਵਾਸ ਤੇ ਪਹੁੰਚਿਆ 1 ਵੱਜਣ ਵਾਲਾ ਸੀ। ਕੋਮਲ ਆਪਣੇ ਕੈਂਪ ਆਫਿਸ ਵਿੱਚ ਹੀ ਸੀ। ਇੱਥੇ ਬਿਸ਼ੰਬਰ ਨਾਥ ਨੂੰ ਸੱਦ ਲਿਆ ਗਿਆ ਸੀ। ਦੁਆ ਸਲਾਮਤੀ ਮਗਰੋਂ ਇਸ ਤੋਂ ਪਹਿਲਾਂ ਕਿ ਬਿਸ਼ੰਬਰ ਨਾਥ ਮੂੰਹ ਖੋਲ੍ਹਦਾ, ਕੋਮਲ ਨੇ ਉਸ ਤੋਂ ਸਿੱਧਿਆਂ ਹੀ ਪੁੱਛਿਆ, ਤੁਹਾਡਾ ਇੱਕੋ ਲੜਕਾ ਹੈ ਨਾ? ਜੀ ਹਾਂ ਮੈਡਮ, ਬਸ ਇਹੋ ਇਕਲੌਤੀ ਔਲਾਦ ਹੈ ਮੇਰੀ। ਕੀ ਨਾਂ ਹੈ ਉਸਦਾ? ਅਰੁਣ ਮੈਡਮ। ਤੁਸੀਂ ਅਰੁਣ ਨੂੰ ਭੁੱਲ ਗਏ ਕਿ ਤੁਸੀਂ ਹੀ ਤਾਂ ਉਸਨੂੰ ਵਧੀਆ ਸਰਕਾਰੀ ਨੌਕਰੀ ਦਿਵਾਉਣ ਵਿੱਚ ਹੈਲਪ ਕੀਤੀ ਸੀ? ਹਾਂ, ਮੈਨੂੰ ਯਾਦ ਆ ਗਿਆ, ਚੰਗੀ ਤਰ੍ਹਾਂ ਯਾਦ ਹੈ। ਸਰਕਾਰੀ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਲਗਵਾਈ ਸੀ ਉਸਦੀ। ਹੁਣ ਤੱਕ ਤਾਂ ਉਸਦੀ ਪੋਸਟ ਵੀ ਕਨਫਰਮ ਹੋ ਚੁੱਕੀ ਹੋਏਗੀ। ਜੀ ਹਾਂ ਮੈਡਮ, ਸਾਲ ਪਹਿਲਾਂ ਹੀ ਕਨਫਰਮ ਹੋ ਗਿਆ ਸੀ। ਨਾਲ ਹੀ PhD ਵੀ ਕਰ ਰਿਹਾ ਹੈ।
ਉਹ ਵੀ ਛੇਤੀ ਹੀ ਪੂਰੀ ਹੋਣ ਵਾਲੀ ਹੈ। ਫਿਰ ਤਾਂ ਉਸਦੇ ਨਾਂ ਦੇ ਨਾਲ ਡਾਕਟਰ ਵੀ ਜੁੜ ਜਾਏਗਾ। ਬਹੁਤ ਹੀ ਲਾਇਕ ਬੱਚਾ ਨਿਕਲਿਆ ਹੈ ਮੇਰਾ, ਕੋਈ ਗੱਲ ਨਹੀਂ ਟਾਲਦਾ ਮੇਰੀ ਕਦੇ। ਵੈਰੀ ਗੁੱਡ, ਬਹੁਤ ਵਧੀਆ। ਪਰ ਇੱਕ ਗੱਲ ਦੱਸੋ, ਸ਼ਾਦੀ ਕਦੋਂ ਕਰਨੀ ਹੈ ਅਰੁਣ ਦੀ? ਉਮਰ ਨਿਕਲੀ ਜਾ ਰਹੀ ਹੈ ਲੜਕੇ ਦੀ। ਹਾਂ ਮੈਡਮ, ਸਹੀ ਕਿਹਾ ਤੁਸੀਂ, ਬਸ ਨੇਕ ਖਾਨਦਾਨੀ ਕੁੜੀ ਦੀ ਭਾਲ ਵਿੱਚ ਹਾਂ। ਮਿਲਦਿਆਂ ਹੀ ਇਹਦਾ ਵਿਆਹ ਕਰ ਦੇਣਾ ਹੈ। ਦੇਖੋ, ਅਰੁਣ ਲਈ ਵਹੁਟੀ ਮੈਂ ਲੱਭਾਂਗੀ। ਸ਼ਾਦੀ ਦਾ ਸਾਰਾ ਖਰਚਾ ਵੀ ਮੈਂ ਕਰਾਂਗੀ, ਨਾ ਤੁਹਾਡਾ ਹੋ ਜਾਏਗਾ। ਕੌਣ ਹੈ ਇਹ ਲੜਕੀ, ਕਿਸ ਖਾਨਦਾਨ ਤੋਂ? ਲੜਕੀ तमाम ਗੁਣਾਂ ਦੀ ਖਾਨ ਹੈ, ਨਿਹਾਇਤ ਹੀ ਸ਼ਰੀਫ ਖਾਨਦਾਨ ਤੋਂ ਵੀ ਹੈ। ਤੁਹਾਡੇ ਘਰ ਨੂੰ ਵੇਖਣਾ ਸਵਰਗ ਬਣਾ ਦੇਗੀ ਇਹ ਲੜਕੀ। ਸਾਰਾ ਘਰ ਖੁਸ਼ੀਆਂ ਖੇੜਿਆਂ ਨਾਲ ਭਰ ਜਾਏਗਾ। ਬੁਢਾਪਾ ਐਵੇਂ ਕੱਟੇਗਾ ਤੁਹਾਡਾ ਜਿਵੇਂ ਕਠਿਨਾਈ ਤੋਂ ਕੋਈ ਵਾਹ ਵਾਸਤਾ ਹੀ ਨਾ ਹੋਵੇ। ਹਾਂ, ਇੱਕ ਗੱਲ ਹੋਰ। ਉਹ ਕੀ ਮੈਡਮ? ਇਸ ਵਿਆਹ ਦੇ ਬਾਅਦ ਤੁਹਾਡੇ ਸੋਸ਼ਲ ਵਰਕਰ ਦੇ ਇਮੇਜ ਨੂੰ ਚਾਰ ਚੰਨ ਲੱਗ ਜਾਣਗੇ ਅਤੇ ਤੁਹਾਡੀ ਰਾਜਨੀਤੀ ਕਿੱਥੋਂ ਦੀ ਕਿੱਥੇ ਪਹੁੰਚ ਜਾਏਗੀ। ਆਪਣੇ ਹਰੇਕ ਭਾਸ਼ਣ ਵਿੱਚ ਤੁਸੀਂ ਇਸ ਗੱਲ ਦਾ ਜ਼ਿਕਰ ਕਰਕੇ ਇਹਦਾ ਪੂਰਾ ਲਾਹਾ ਲੈ ਸਕਦੇ ਹੋ। ਕੀ ਮਤਲਬ ਮੈਡਮ? ਕਿਤੇ ਇਸ ਲੜਕੀ ਵਿੱਚ ਕੋਈ ਕਮੀ ਤਾਂ ਨਹੀਂ? ਆਖਿਰ ਕੌਣ ਹੈ ਇਹ ਲੜਕੀ ਜਿਸ ਲਈ ਤੁਸੀਂ ਇੰਨੀ ਰਾਤ ਨੂੰ ਮੈਨੂੰ ਬੁਲਾਵਾ ਭੇਜਿਆ ਹੈ? ਲੜਕੀ ਨਿਹਾਇਤ ਹੀ ਪੜ੍ਹੀ ਲਿਖੀ ਅਤੇ ਸੰਸਕਾਰੀ ਵਿਚਾਰਾਂ ਦੀ ਹੈ। ਉਸ ਵਿੱਚ ਕਿਤੇ ਕੋਈ ਕਮੀ ਨਹੀਂ ਹੈ। ਜੇਕਰ ਕੋਈ ਕਮੀ ਸੀ ਤਾਂ ਉਸਦੇ ਨਸੀਬ ਵਿੱਚ ਸੀ, ਜੋ ਉਸਨੂੰ ਜ਼ਬਰਦਸਤ ਰੂਪ ਨਾਲ ਧੋਖਾ ਦੇ ਗਿਆ। ਹੁਣ ਤੁਸੀਂ ਆਪਣੇ ਪੁੱਤਰ ਦਾ ਇਸ ਨਾਲ ਵਿਆਹ ਕਰਕੇ ਉਸਦੇ ਨਸੀਬ ਅਤੇ ਆਪਣੇ ਰਾਜਨੀਤਿਕ ਕਰੀਅਰ ਨੂੰ ਪਲਟਣਾ ਹੈ। ਕੀ ਧੋਖਾ ਦਿੱਤਾ ਸੀ ਮੈਡਮ ਇਹਦੀ ਕਿਸਮਤ ਨੇ ਇਸਨੂੰ? ਪੁੱਛਦਿਆਂ ਬਿਸ਼ੰਬਰ ਨਾਥ ਹੁਣ ਥੋੜਾ ਗੰਭੀਰ ਹੋਣ ਲੱਗਾ ਸੀ। ਘਰ ਵਾਲਿਆਂ ਦੀ ਮਰਜ਼ੀ ਨਾਲ ਇਸਦਾ ਵਿਆਹ ਇੱਕ ਚੰਗੇ ਮੁੰਡੇ ਨਾਲ ਹੋਇਆ ਸੀ। ਉਹ ਵੀ ਸਰਕਾਰੀ ਮੁਲਾਜ਼ਮ ਸੀ। ਉਸਨੂੰ ਇੱਕ ਬੇਟਾ ਵੀ ਪੈਦਾ ਹੋਇਆ ਸੀ, ਜਿਸ ਦੇ ਚੰਦ ਰੋਜ਼ ਬਾਅਦ ਹੀ ਇਸਦੇ ਪਤੀ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ। ਇਹ ਸਦਮਾ ਨਾ ਸਹਾਰਦਿਆਂ ਉਹਦੇ ਮਾਪਿਆਂ ਦੀ ਵੀ ਮੌਤ ਹੋ ਗਈ। ਹੁਣ ਇਸ ਦੁਨੀਆ ਵਿੱਚ ਉਸਦਾ ਕੋਈ ਨਹੀਂ ਹੈ ਸਿਵਾਏ ਇੱਕ ਪੁੱਤਰ ਦੇ। ਮੈਡਮ, ਮੈਂ ਤੁਹਾਡੀ ਕੋਈ ਵੀ ਗੱਲ ਟਾਲਣ ਦੀ ਕਦੇ ਸੋਚ ਵੀ ਨਹੀਂ ਸਕਦਾ, ਪਰ ਇਸ ਸਿਲਸਿਲੇ ਨੂੰ ਮੈਂ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਿਹਾ ਹਾਂ। ਕੀ ਸਮਝ ਨਹੀਂ ਆ ਰਿਹਾ? ਇਹੋ ਕਿ ਕੀ ਤੁਹਾਡੀ ਨਜ਼ਰ ਵਿੱਚ ਇਹ ਮੇਰੇ ਮੁੰਡੇ ਲਈ ਯੋਗ ਲੜਕੀ ਹੈ? ਹਾਂ ਬਿਲਕੁਲ। ਤੁਸੀਂ ਆਪਣੇ ਲੜਕੇ ਦਾ ਵਿਆਹ ਇਸ ਨਾਲ ਕਰਵਾਓਗੇ। ਉਸ ਤੋਂ ਬਾਅਦ ਦੇਖਣਾ ਤੁਹਾਡੇ ਭਾਗ ਕਿਵੇਂ ਬਦਲਦੇ ਹਨ। ਭਾਗ ਪਰਿਵਰਤਨ? ਮੈਨੂੰ ਤਾਂ ਲੱਗਦਾ ਮੈਡਮ ਕਿ ਮੇਰਾ ਭਾਗ ਹੀ ਚੌਪਟ ਹੋ ਜਾਏਗਾ। ਸਾਰੇ ਲੋਕ ਮੇਰੇ ਤੇ ਹੱਸਣਗੇ। ਕਿਉਂ? ਕਿਸ ਗੱਲ ਤੇ ਹੱਸਣਗੇ? ਸਾਰੇ ਕਹਿਣਗੇ ਕਿ ਸੇਠ ਬਿਸ਼ੰਬਰ ਨਾਥ ਦੇ ਮੁੰਡੇ ਵਿੱਚ ਹੀ ਜ਼ਰੂਰ ਕੋਈ ਕਮੀ ਹੋਏਗੀ, ਜੋ ਉਹਨੇ ਆਪਣੇ ਇਕਲੌਤੇ ਮੁੰਡੇ ਦੀ ਸ਼ਾਦੀ ਇੱਕ ਬੱਚੇ ਦੀ ਮਾਂ ਇੱਕ ਵਿਧਵਾ ਔਰਤ ਨਾਲ ਕੀਤੀ। ਵਰਨਾ ਇਹੋ ਜਿਹੇ ਹੈਂਡਸਮ ਅਤੇ ਸਮਾਰਟ ਤੇ ਸਰਕਾਰੀ ਕਾਲਜ ਪ੍ਰੋਫੈਸਰ ਲੱਗੇ ਮੁੰਡੇ ਨੂੰ ਕੁੜੀਆਂ ਦੀ ਕੀ ਕਮੀ ਸੀ? ਇੱਥੇ ਹੀ ਤਾਂ ਤੁਸੀਂ ਮਾਰ ਖਾ ਗਏ ਨੇਤਾ ਜੀ। ਇਹ ਸਭ ਤਾਂ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਜੇਕਰ ਮੈਚਿਓਰ ਹੁੰਦੀ ਹੈ ਤਾਂ ਉਸਨੂੰ ਤੁਸੀਂ ਲੋਕਾਂ ਸਾਹਮਣੇ ਕਿਸ ਤਰ੍ਹਾਂ ਪ੍ਰੋਜੈਕਟ ਕਰੋਗੇ ਅਤੇ ਕਿਸ ਤਰੀਕੇ ਨਾਲ ਤੁਸੀਂ ਇਸ ਦਾ ਰਾਜਨੀਤਿਕ ਲਾਹਾ ਲੈ ਸਕਦੇ ਹੋ। ਫਿਰ ਵੀ ਮੈਡਮ, ਲੜਕੀ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਚਿੰਤਾ ਨਾ ਕਰੋ। ਉਹ ਗਾਰੰਟੀ ਮੇਰੀ ਹੈ, 200% ਗਾਰੰਟੀ। ਅੱਛਾ, ਇਹ ਸਭ ਛੱਡੋ। ਮੈਂ ਤੁਹਾਨੂੰ ਇਹ ਗੱਲ ਥਿਊਰੀ ਵਿੱਚ ਨਾ ਸਮਝਾ ਕੇ ਪ੍ਰੈਕਟੀਕਲੀ ਸਮਝਾਉਂਦੀ ਹਾਂ। ਉਹ ਕਿਵੇਂ ਮੈਡਮ? ਉਹ ਐਵੇਂ ਕਿ ਮੰਨ ਲਓ ਬਿਸ਼ੰਬਰ ਨਾਥ ਤੁਸੀਂ ਨਹੀਂ, ਮੈਂ ਹਾਂ, ਅਤੇ ਤੁਸੀਂ ਹੋ ਸ਼ਹਿਰ ਭਰ ਦੀ ਜਨਤਾ। ਮੈਂ ਬਿਸ਼ੰਬਰ ਨਾਥ ਬਣ ਕੇ ਭਾਸ਼ਣ ਦੇਵਾਂਗੀ ਅਤੇ ਤੁਸੀਂ ਜਨਤਾ ਬਣ ਕੇ ਇਸ ਨੂੰ ਸੁਣਨਾ। ਫਿਰ ਵੇਖਣਾ ਕਿ ਇੱਕ ਨੇਤਾ ਆਪਣੀ ਇਸ ਤਰ੍ਹਾਂ ਦੀ ਜਾਦੂਗਰੀ ਕਰਕੇ ਕਿਵੇਂ ਲੋਕਾਂ ਦੇ ਦਿਲਾਂ 'ਚ ਦਾਖਲ ਹੁੰਦੇ ਹੋਏ ਉਹਨਾਂ ਦੇ ਵੋਟ ਹਾਸਲ ਕਰਨ ਦਾ ਪ੍ਰਬੰਧ ਕਰ ਲੈਂਦਾ ਹੈ। ਐਸਾ ਕਿਆ ਮੈਡਮ? ਜੀ ਹਾਂ, ਐਸਾ ਹੀ। ਠੀਕ ਹੈ ਮੈਡਮ, ਤੁਸੀਂ ਬਣੋ ਨੇਤਾ ਬਿਸ਼ੰਬਰ ਨਾਥ ਅਤੇ ਮੈਂ ਬਣਦਾ ਹਾਂ ਜਨਤਾ। ਓਕੇ, ਤੁਸੀਂ ਜਨਤਾ ਹੋ ਤਾਂ ਕੁਰਸੀ ਛੱਡ ਕੇ ਹੇਠਾਂ ਜ਼ਮੀਨ ਤੇ ਆ ਜਾਓ ਅਤੇ ਮੈਂ ਇਸ ਟੇਬਲ ਤੇ ਖੜੀ ਹੋ ਕੇ ਭਾਸ਼ਣ ਸ਼ੁਰੂ ਕਰਦੀ ਹਾਂ। ਅਜਿਹਾ ਹੀ ਕੀਤਾ ਗਿਆ। ਬਿਸ਼ੰਬਰ ਨਾਥ ਕੁਰਸੀ ਤੋਂ ਉੱਠ ਕੇ ਜ਼ਮੀਨ ਤੇ ਬੈਠ ਗਿਆ ਅਤੇ ਕੋਮਲ ਨੇ ਮੇਜ਼ ਤੇ ਖੜੇ ਹੁੰਦਿਆਂ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ। ਪਿਆਰੇ ਭਰਾਵੋ ਅਤੇ ਭੈਣੋ ਤੇ ਸਤਿਕਾਰਯੋਗ ਬਜ਼ੁਰਗੋ,
ਪਿਆਰ ਅਤੇ ਪ੍ਰਣਾਮ। ਜਿਵੇਂ ਕਿ ਅਨਾਉਂਸਰ ਨੇ ਮੇਰੇ ਬਾਰੇ ਵਿੱਚ ਘੋਸ਼ਣਾ ਕੀਤੀ ਹੈ, ਮੈਂ ਹਾਂ ਤੁਹਾਡੇ ਸ਼ਹਿਰ ਦਾ ਨੇਤਾ ਬਿਸ਼ੰਬਰ ਨਾਥ। ਕੀ ਤੁਹਾਡੇ ਵਿੱਚ ਕੋਈ ਬਿਸ਼ੰਬਰ ਸ਼ਬਦ ਦਾ ਮਤਲਬ ਜਾਣਦਾ ਹੈ? ਨਹੀਂ ਨਾ, ਤਾਂ ਮੈਂ ਹੀ ਤੁਹਾਨੂੰ ਦੱਸ ਦਿੰਦਾ ਹਾਂ। ਇਸ ਸ਼ਬਦ ਦਾ ਅਰਥ ਹੁੰਦਾ ਹੈ ਬੇਖਬਰ। ਬੇਖਬਰ ਵੀ ਉਹ ਨਹੀਂ ਜੋ ਦੂਜਿਆਂ ਦੀ ਪਰਵਾਹ ਨਾ ਕਰਦਾ ਹੋਵੇ, ਉਹਨਾਂ ਦੀ ਤਰਫ ਤੋਂ ਬੇਖਬਰ ਰਹਿੰਦਾ ਹੋਵੇ, ਸਗੋਂ ਉਹ ਜੋ ਆਪਣੇ ਆਪ ਨੂੰ ਨਾ ਸੰਭਾਲ ਪਾਉਂਦਾ ਹੋਵੇ। ਮੇਰੇ ਨਾਂ ਵਾਲੇ ਸ਼ਬਦ ਦਾ ਅਰਥ ਮੇਰੇ ਤੇ ਇੱਕਦਮ ਸਟੀਕ ਬੈਠਦਾ ਹੈ। ਸੱਚ ਵਿੱਚ ਐਸਾ ਹੀ ਹੈ। ਤੁਹਾਡਾ ਇਹ ਬਿਸ਼ੰਬਰ ਆਪਣੀ ਤਾਰੀਫ ਤੋਂ ਬੇਖਬਰ ਹੋ ਕੇ ਪੂਰੀ ਤਰ੍ਹਾਂ ਦੂਜਿਆਂ ਦੇ ਕੰਮ ਆਉਣ ਵਾਲਾ। ਮੈਂ ਆਪਣੀ ਕਦੇ ਕੋਈ ਚਿੰਤਾ ਨਹੀਂ ਕੀਤੀ, ਹਮੇਸ਼ਾ ਦੂਜਿਆਂ ਦਾ ਹੀ ਭਲਾ ਸੋਚਿਆ ਹੈ। ਵੇਖੋ, ਮੈਂ ਇੱਕ ਸਰਕਾਰੀ ਅਫਸਰ ਸੀ, ਹੁਣ ਰਿਟਾਇਰ ਹੋ ਚੁੱਕਿਆ ਹਾਂ। ਚੰਗੀ ਖਾਸੀ ਪੈਨਸ਼ਨ ਮਿਲਦੀ ਹੈ ਮੈਨੂੰ। ਸ਼ਹਿਰ ਵਿੱਚ ਆਪਣੀ ਵਧੀਆ ਕੋਠੀ ਬਣਵਾ ਰੱਖੀ ਹੈ। ਚਾਹੁੰਦਾ ਤਾਂ ਕਿ ਆਰਾਮ ਨਾਲ ਘਰ ਬੈਠ ਕੇ ਆਪਣੀ ਬਾਕੀ ਬਚੀ ਜ਼ਿੰਦਗੀ ਗੁਜ਼ਾਰ ਨਹੀਂ ਸੀ ਸਕਦਾ, ਮਗਰ ਨਹੀਂ, ਮੈਨੂੰ ਹਮੇਸ਼ਾ ਤੁਹਾਡੇ ਲੋਕਾਂ ਦੀ ਚਿੰਤਾ ਹੁੰਦੀ ਰਹੀ ਹੈ। ਤੁਹਾਡੇ ਲੋਕਾਂ ਦੇ ਦੁੱਖ ਦਰਦ ਹਮੇਸ਼ਾ ਮੈਨੂੰ ਕਚੋਟਦੇ ਰਹਿੰਦੇ ਹਨ। ਕਿਸੇ ਦੀ ਤਕਲੀਫ ਮੇਰੇ ਤੋਂ ਵੇਖੀ ਨਹੀਂ ਜਾਂਦੀ। ਮੇਰਾ ਪਰਿਵਾਰ ਵੀ ਮੇਰੇ ਇਸ ਪੁਨੀਤ ਕੰਮ ਵਿੱਚ ਮੇਰਾ ਪੂਰਾ ਸਹਿਯੋਗ ਦਿੰਦਾ ਹੈ। ਫਿਰ ਮੇਰੇ ਨਿੱਜੀ ਪਰਿਵਾਰ ਵਿੱਚ ਹੈ ਕੌਣ? ਮੇਰੀ ਧਰਮ ਪਤਨੀ ਅਤੇ ਮੇਰਾ ਇਕਲੌਤਾ ਮੁੰਡਾ ਜੋ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਲੱਗਾ ਹੋਇਆ ਹੈ। ਇਹਨਾਂ ਦੇ ਸਹਿਯੋਗ ਨਾਲ ਪਿਛਲੇ ਦਿਨੀ ਮੇਰੇ ਹੱਥੋਂ ਜਿਹੜਾ ਜ਼ਬਰਦਸਤ ਪੁੰਨ ਦਾ ਕਾਰਜ ਹੋਇਆ ਹੈ, ਉਸ ਦਾ ਵਰਣਨ ਕੀਤੇ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ। ਸਗੋਂ ਇਸ ਕਾਰਜ ਨਾਲ ਮੈਂ ਇੰਨਾ ਗੌਰਵਸ਼ਾਲੀ ਮਹਿਸੂਸ ਕਰਦਾ ਹਾਂ ਕਿ ਇਹਦਾ ਜ਼ਿਕਰ ਤੁਹਾਡੇ ਮੂਹਰੇ ਵਾਰ-ਵਾਰ ਕਰਦਾ ਰਹਾਂਗਾ। ਇਸ ਤੋਂ ਬਾਅਦ ਕੋਮਲ ਨੇ ਆਪਣੀ ਆਵਾਜ਼ ਵਿੱਚ ਕੁਝ ਜ਼ਿਆਦਾ ਹੀ ਜੋਸ਼ ਭਰਦਿਆਂ ਹੋਇਆ ਬਿਸ਼ੰਬਰ ਨਾਥ ਵੱਲ ਵੇਖ ਕੇ ਕਹਿਣਾ ਸ਼ੁਰੂ ਕੀਤਾ, ਮੈਂ ਸਿਰਫ ਭਾਸ਼ਣ ਨਹੀਂ ਦਿੰਦਾ, ਉਸ ਤੇ ਅਮਲ ਵੀ ਕਰਦਾ ਹਾਂ। ਕੁਝ ਕਹਿੰਦਾ ਹਾਂ ਤਾਂ ਕਰਕੇ ਵੀ ਵਿਖਾਉਂਦਾ ਹਾਂ। ਆਪਣੇ ਇਕਲੌਤੇ ਨਿਹਾਇਤ ਹੀ ਲਾਇਕ ਪ੍ਰੋਫੈਸਰ ਪੁੱਤਰ ਦਾ ਵਿਆਹ ਵਿਧਵਾ ਅਤੇ ਇੱਕ ਬੱਚੇ ਦੀ ਬੇਸਹਾਰਾ ਮਾਂ ਨਾਲ ਕਰਕੇ ਮੈਂ ਫਿਰ ਦੁਬਾਰਾ ਤੋਂ ਉਸ ਅਭਾਗੀ ਦੇ ਜੀਵਨ ਵਿੱਚ ਜੋ ਖੁਸ਼ੀਆਂ ਬਖੇਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਸਿਰਫ ਮੈਨੂੰ ਪੂਰੇ ਸ਼ਹਿਰ ਤੋਂ ਵਾਹ-ਵਾਹ ਹੀ ਨਹੀਂ ਮਿਲੀ, ਸਗੋਂ ਮੇਰੀ ਵਹੁਟੀ ਵੀ ਖੁਦ ਨੂੰ ਭਾਗਾਂ ਵਾਲੀ ਮੰਨਦੇ ਹੋਏ ਹੁਣ ਬਹੁਤ ਹੀ ਖੁਸ਼ ਹੈ। ਯਕੀਨ ਨਾ ਆਏ ਤਾਂ ਮੇਰੇ ਘਰ ਆ ਕੇ ਮੇਰੀ ਇਸ ਧੀ ਯਾਨੀ ਵਹੁਟੀ ਨੂੰ ਮਿਲ ਕੇ ਤੁਸੀਂ ਉਹਨੂੰ ਆਪਣਾ ਆਸ਼ੀਰਵਾਦ ਦੇ ਸਕਦੇ ਹੋ ਅਤੇ ਇਸ ਸਭ ਦੀ ਦਰਿਆਫਤ ਕਰ ਸਕਦੇ ਹੋ। ਮੇਰੀ ਪਤਨੀ ਅਤੇ ਮੇਰੇ ਪੁੱਤਰ ਦੇ ਖੁਸ਼ੀ ਨਾਲ ਭਰੇ ਚਿਹਰਿਆਂ ਨੂੰ ਵੀ ਪੜ੍ਹ ਸਕਦੇ ਹੋ। ਬਾਕੀ ਇਸ ਕੰਮ ਨਾਲ ਮੈਨੂੰ ਜੋ ਸਕੂਨ ਪ੍ਰਾਪਤ ਹੋਇਆ ਹੈ, ਉਸ ਦਾ ਕੋਈ ਠਿਕਾਣਾ ਹੀ ਨਹੀਂ। ਭਰਾਵੋ ਅਤੇ ਭੈਣੋ, ਮੈਂ ਇੱਥੇ ਤੁਹਾਡੇ ਕੋਲ ਕੋਈ ਵੋਟ ਮੰਗਣ ਨਹੀਂ ਆਇਆ। ਜਿਸ ਨੂੰ ਤੁਸੀਂ ਠੀਕ ਸਮਝੋ ਵੋਟ ਤੁਸੀਂ ਉਸੇ ਨੂੰ ਹੀ ਦੇਣਾ। ਤੁਸੀਂ ਲੋਕ ਆਜ਼ਾਦ ਭਾਰਤ ਦੇ ਬਾਸ਼ਿੰਦੇ ਹੋ। ਇਹ ਤੁਹਾਡਾ ਮੌਲਿਕ ਅਤੇ ਅਹਿਮ ਅਧਿਕਾਰ ਹੈ। ਹਾਂ, ਭਾਰਤ ਤੋਂ ਯਾਦ ਆਇਆ ਕਿ ਈਸ਼ਵਰ ਨੇ ਮੈਨੂੰ ਪਲਿਆ ਪਲਾਇਆ ਪੋਤਾ ਵੀ ਨਿਵਾਜ਼ਿਆ ਹੈ, ਜਿਸ ਦਾ ਨਾਂ ਵੀ ਭਾਰਤ ਹੀ ਹੈ। ਤੁਸੀਂ ਲੋਕ ਪਰਮਾਤਮਾ ਤੋਂ ਪ੍ਰਾਰਥਨਾ ਕਰੋ ਕਿ ਸਾਡੇ ਖਾਨਦਾਨ ਦੀ ਪਰੰਪਰਾ ਅਨੁਸਾਰ ਉਹ ਵੀ ਵੱਡਾ ਹੋ ਕੇ ਇੱਕ ਨੇਕ ਇਨਸਾਨ ਬਣਦੇ ਹੋਏ ਦੇਸ਼, ਸਮਾਜ ਅਤੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਦਾ ਰਹੇ। ਅੰਤ ਵਿੱਚ ਇਹੋ ਆਖਾਂਗਾ ਕਿ ਮੇਰੇ ਸਤਿਕਾਰਯੋਗ ਭਰਾਓ, ਭੈਣੋ ਅਤੇ ਬਜ਼ੁਰਗੋ, ਕਿ ਵੋਟ ਕਿਸੇ ਨੂੰ ਵੀ ਦਿਓ, ਪਰ ਇਨਸਾਨੀਅਤ ਤੋਂ ਨਾਤਾ ਤੋੜ ਕੇ ਕਦੇ ਗਲਤ ਨੇਤਾ ਨਾ ਚੁਣੋ, ਵਰਨਾ ਸਿਵਾਏ ਪਛਤਾਵੇ ਦੇ ਹੋਰ ਕੁਝ ਹਾਸਲ ਨਹੀਂ ਹੋਵੇਗਾ। ਜੈ ਇਨਸਾਨੀਅਤ, ਜੈ ਜਨ ਸੇਵਾ, ਜੈ ਭਾਰਤ। ਇੱਥੇ ਹੀ ਕੋਮਲ ਨੇ ਆਪਣੀ ਤਹਿਰੀਰ ਖਤਮ ਕਰ ਦਿੱਤੀ ਸੀ। ਇਸ ਦਰਮਿਆਨ ਬਿਸ਼ੰਬਰ ਨਾਥ ਦਾ ਲਗਾਤਾਰ ਤਾੜੀਆਂ ਪਿੱਟਦਿਆਂ ਬੁਰਾ ਹਾਲ ਹੋ ਗਿਆ ਸੀ। ਉਹ ਜ਼ਮੀਨ ਤੋਂ ਉੱਠ ਕੇ ਤਾੜੀਆਂ ਮਾਰਦਾ ਹੋਇਆ ਕੋਮਲ ਨੂੰ ਕਹਿਣ ਲੱਗਾ, ਅਰੇ ਵਾਹ ਮੈਡਮ ਵਾਹ। ਇਹ ਭਾਸ਼ਣ ਸੁਣਨ ਤੋਂ ਬਾਅਦ ਕੋਈ ਸ਼ਖਸ ਮੈਨੂੰ ਵੋਟ ਨਾ ਦੇਵੇ, ਇਹ ਹੋ ਹੀ ਨਹੀਂ ਸਕਦਾ। ਅੱਜ ਤੋਂ ਤੁਸੀਂ ਮੇਰੀ ਰਾਜਨੀਤਿਕ ਗੁਰੂ। ਤਾਂ ਕੀ ਸੋਚਿਆ ਹੈ ਫਿਰ? ਕਿਸ ਬਾਰੇ ਵਿੱਚ? ਉਸੇ ਵਿਧਵਾ ਤੇ ਇੱਕ ਬੱਚੇ ਦੀ ਮਾਂ ਦੇ ਬਾਰੇ ਵਿੱਚ, ਜਿਸ ਦਾ ਜ਼ਿਕਰ ਤੁਸੀਂ ਆਪਣੇ ਵੱਲੋਂ ਕੀਤੇ ਗਏ ਭਾਸ਼ਣ ਵਿੱਚ ਕੀਤਾ ਹੈ। ਇਸੇ ਮੁੱਦੇ ਤੇ ਤੁਸੀਂ ਖੂਬ ਦਬਾ ਕੇ ਵੋਟ ਹਾਸਲ ਕਰਨੇ ਹਨ। ਦੂਜੀ ਗੱਲ ਇਹ ਕਿ ਤੁਹਾਨੂੰ ਲੜਕੀ ਦੇ ਬਾਰੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੋਏਗਾ, ਕਿਉਂਕਿ ਜੋ ਉਸ ਦੀ ਪੂਰੀ ਜ਼ਿੰਮੇਵਾਰੀ ਅਤੇ ਗਰੰਟੀ ਮੈਂ ਲੈ ਰਹੀ ਹਾਂ। ਉਹ ਮੈਡਮ, ਅੱਗੇ ਹੁਣ ਕੁਝ ਰਹਿ ਗਿਆ ਹੈ ਦੱਸਣ ਜਾਂ ਸਮਝਾਉਣ ਨੂੰ?
ਫਿਰ ਤੁਹਾਡੀ ਗੱਲ ਟਾਲਣ ਦੀ ਕੀ ਮੈਂ ਗੁਸਤਾਖੀ ਕਰ ਸਕਦਾ ਹਾਂ? ਤੁਸੀਂ ਹੁਕਮ ਕਰੋ, ਬਰਾਤ ਕਦੋਂ ਅਤੇ ਕਿੱਥੇ ਲੈ ਕੇ ਜਾਣੀ ਹੈ? ਬਰਾਤ ਵਗੈਰਾ ਲੈ ਜਾਣ ਦੀ ਜ਼ਰੂਰਤ ਨਹੀਂ, ਹਜੇ ਤਾਂ ਲੜਕੀ ਨੂੰ ਮਨਾਉਣਾ ਹੈ। ਉਹ ਦਿੱਲੀ ਵਿੱਚ ਰਹਿੰਦੀ ਹੈ। ਮੇਰੀ ਸੰਸਥਾ ਦੀਆਂ 4 ਵਲੰਟੀਅਰਸ ਉੱਥੇ ਜਾ ਕੇ ਉਹਨੂੰ ਸਮਝਾਉਂਦਿਆਂ ਹੋਇਆਂ ਨਾਲ ਲੈ ਕੇ ਆਉਣਗੀਆਂ। ਇੱਥੇ ਹੀ ਉਸਦੀ ਤੁਹਾਡੇ ਲੜਕੇ ਨਾਲ ਕੋਰਟ ਮੈਰਿਜ ਕਰਵਾਈ ਜਾਏਗੀ। ਫਿਰ ਤੁਸੀਂ ਇੱਥੋਂ ਦੇ ਸਭ ਤੋਂ ਵੱਡੇ ਹੋਟਲ ਵਿੱਚ ਰਿਸੈਪਸ਼ਨ ਪਾਰਟੀ ਰੱਖਿਓ, ਜਿੱਥੇ ਸ਼ਹਿਰ ਦੇ ਤਮਾਮ ਵੱਡੇ ਨਾਮੀ ਲੋਕ ਸ਼ਿਰਕਤ ਕਰਨਗੇ। ਇੱਕ ਵਾਰ ਫਿਰ ਸਾਫ਼ ਕਰ ਦੇਵਾਂ ਕਿ ਪਾਰਟੀ ਅਰੇਂਜ ਕਰਵਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਅਤੇ ਸਾਰਾ ਖਰਚਾ ਵੀ ਮੈਂ ਹੀ ਕਰਾਂਗੀ। ਉਹ ਸਭ ਤਾਂ ਠੀਕ ਹੈ ਮੈਡਮ, ਪਰ ਕੀ ਤੁਹਾਨੂੰ ਯਕੀਨ ਹੈ ਕਿ ਇਹ ਲੜਕੀ ਦੁਬਾਰਾ ਵਿਆਹ ਕਰਾਉਣ ਲਈ ਤਿਆਰ ਹੋ ਜਾਏਗੀ? ਇਹ ਕਮਾਲ ਤਾਂ ਤੁਸੀਂ ਸਾਡੀ ਵਲੰਟੀਅਰਸ ਦਾ ਦੇਖਣਾ, ਕੋਮਲ ਨੇ ਪੂਰੇ ਆਤਮ ਵਿਸ਼ਵਾਸ ਨਾਲ ਆਖਿਆ। ਚੰਗਾ, ਇਸ ਲੜਕੀ ਦਾ ਨਾਂ ਕੀ ਹੈ ਮੈਡਮ? ਰਾਗਨੀ, ਅਤੇ ਇਹਦੇ ਬੱਚੇ ਦਾ ਨਾਂ ਹੈ ਭਾਰਤ। ਬਿਸ਼ੰਬਰ ਨਾਥ ਸਮਝ ਗਿਆ ਸੀ ਕਿ ਰਾਗਨੀ ਪਹਿਲਾਂ ਤੋਂ ਹੀ ਮੈਡਮ ਗੀਤਾ ਭਾਰਤੀ ਦੀ ਜਾਣਕਾਰ ਸੀ ਅਤੇ ਉਸਨੇ ਇਸ ਦਾ ਘਰ ਚੰਗੇ ਨਾਲ ਵਸਾਉਣ ਦਾ ਤੈਅ ਕਰ ਰੱਖਿਆ ਸੀ। ਜੋ ਵੀ ਸੀ, ਗੱਲ ਸਿਰੇ ਲੱਗ ਚੁੱਕੀ ਸੀ। ਬਿਸ਼ੰਬਰ ਨਾਥ ਵੀ ਖੁਸ਼ੀ-ਖੁਸ਼ੀ ਕੋਮਲ ਦੇ ਘਰ ਤੋਂ ਨਿਕਲਿਆ ਸੀ।